ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬरुण कौर मान ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਹੋਰ ਮਹਿੰਗੀਆਂ ਹੋਣਗੀਆਂ ਕੈਨੇਡਾ ਤੋਂ ਭਾਰਤ ਦੀਆਂ ਹਵਾਈ ਟਿਕਟਾਂ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਯਾਤਰੀਆਂ ਦੀ ਗਿਣਤੀ ਹੋਈ ਦੁੱਗਣੀ। ਭਾਰਤ ਵੱਲੋਂ ਚੀਨ ਵਿੱਚ ਮੈਡੀਕਲ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ। ਆਕਾਸਾ 에ਅਰ ਨੇ ਚੇਨਈ ਤੋਂ ਸ਼ੁਰੂ ਕੀਤੀ ਪਹਿਲੀ ਕਮਰਸ਼ੀਅਲ ਉਡਾਨ, ਨੈਟਵਰਕ ਦੇ ਵਿਸਥਾਰ ਦੀ ਦੱਸੀ ਪਲੈਨਿੰਗ। ਅਮਰੀਕਾ 'ਚ 9/11 ਅੱਤਵਾਦੀ ਹਮਲੇ ਦੇ 21 ਸਾਲ ਹੋਏ ਪੂਰੇ, ਦਹਿਲਾ ਉੱਠਿਆ ਸੀ ਦੇਸ਼। ਮਹਾਰਾਣੀ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣਗੇ ਰਾਸ਼ਟਰਪਤੀ ਜੋ ਬਾਈਡਨ। ਅਮਰੀਕਾ 'ਚ ਮੈਰੀਲੈਂਡ ਸੂਬੇ 'ਚ ਇੱਕ ਹੀ ਪਰਿਵਾਰ ਦੇ 5 ਲੋਕ ਮਿਲੇ ਮ੍ਰਿਤਕ, ਜਾਂਚ ਜਾਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੈਨੇਡਾ ਤੋਂ ਭਾਰਤ ਦਾ ਸਫ਼ਰ ਹੋਰ ਮਹਿੰਗਾ ਹੋ ਰਿਹਾ ਹੈ ਅਤੇ ਆਪਣੇ ਜੱਦੀ ਮੁਲਕ ਗੇੜਾ ਲਾਉਣ ਦੇ ਇੱਛਕ ਪ੍ਰਵਾਸੀਆਂ ਜਾਂ ਭਾਰਤ ਤੋਂ ਕੈਨੇਡਾ ਆ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਵਧੇ ਹੋਏ ਰੇਟਾਂ ਤੇ ਟਿਕਟਾਂ ਖਰੀਦਣੀਆਂ ਪੈਣਗੀਆਂ। ਹਵਾਈ ਸਫ਼ਰ ਮਹਿੰਗਾ ਹੋਣ ਪਿੱਛੇ ਮੁੱਖ ਕਾਰਨ ਕੈਨੇਡਾ ਵਿੱਚ ਲਾਗੂ ਨਵੇਂ ਨਿਯਮ ਦੱਸੇ ਜਾ ਰਹੇ ਨੇ, ਜਿਨ੍ਹਾਂ ਤਹਿਤ ਫਲਾਈਟ ਰੱਦ ਹੋਣ ਦੀ ਸ਼ਰਤ ਵਿੱਚ 에ਅਰਲਾਈਨਜ਼ ਬਗੈਰ ਕੋਈ ਬਹਾਨਾ ਬਣਾਏ ਮੁਸਾਫਰਾਂ ਨੂੰ ਨਗਦ ਮੁਆਵਜ਼ਾ ਅਦਾ ਕਰਨ ਲਈ ਪਾਬੰਦੀਆਂ ਕਰ ਦਿੱਤੀਆਂ ਗਈਆਂ ਨੇ। ਹਵਾਈ ਮੁਸਾਫਰਾਂ ਦੇ ਹੱਕਾਂ ਲਈ ਸਰਗਰਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਵੇਂ ਨਵੇਂ ਨਿਯਮਾਂ ਨਾਲ ਕੁਝ ਮੁਸਾਫਰਾਂ ਨੂੰ ਫਾਇਦਾ ਹੋਏਗਾ, ਪਰ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਹਰ ਮੁਸਾਫਰ ਨੂੰ ਇਸ ਦੀ ਕੀਮਤ ਚੁਕਾਉਣੀ ਹੋਏਗੀ। ਕੇਵਲ ਹਵਾਈ ਟਿਕਟਾਂ ਮਹਿੰਗੀਆਂ ਨਹੀਂ ਹੋਣਗੀਆਂ, ਬਲਕਿ ਫਲਾਈਟਸ ਦੀ ਗਿਣਤੀ ਵੀ ਘਟੇਗੀ। ਹੁਣ 에ਅਰਲਾਈਨਜ਼ ਫਲਾਈਟ ਰੱਦ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦੀਆਂ ਅਤੇ ਇਹਨਾਂ ਹਾਲਾਤਾਂ ਵਿੱਚ ਫਲਾਈਟਸ ਦੀ ਗਿਣਤੀ ਘਟਾਉਣਾ ਹੀ ਬਿਹਤਰ ਹੋਏਗਾ। ਏਅਰ ਪੈਸੇਂਜਰਜ਼ ਰਾਈਟਸ ਦੇ ਬਾਨੀ ਅਤੇ ਪ੍ਰਧਾਨ ਗੈਬਰੋ ਨੇ ਕਿਹਾ ਕਿ ਨਵੇਂ ਨਿਯਮ ਹਵਾਈ ਮੁਸਾਫਰਾਂ ਵਾਸਤੇ ਫਾਇਦੇਮੰਦ ਨਹੀਂ, ਬਲਕਿ ਨੁਕਸਾਨਦੇਹ ਸਾਬਤ ਹੋਣਗੇ। ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੋਂ ਯਾਤਰੀਆਂ ਦੀ ਗਿਣਤੀ 'ਚ ਹੌਲੀ-ਹੌਲੀ ਵਾਧਾ ਹੋ ਰਿਹਾ ਸੀ, ਪਰ ਅਗਸਤ 2022 ਵਿੱਚ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਦੇ ਸੀਈਓ ਰਾਕੇਸ਼ ਰੰਜਨ ਸਹਾਈ ਨੇ ਕਿਹਾ ਕਿ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਤਿਉਹਾਰਾਂ ਦੇ ਸੀਜ਼ਨ ਵਿੱਚ ਯਾਤਰੀਆਂ ਦੀ ਗਿਣਤੀ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਉਮੀਦ ਹੈ ਕਿ ਯਾਤਰੀਆਂ ਦੀ ਗਿਣਤੀ 3 ਲੱਖ ਦੇ ਕਰੀਬ ਪਹੁੰਚ ਜਾਏਗੀ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋ ਜਾਣਗੀਆਂ, ਜਿਸ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਘਰੇਲੂ ਉਡਾਣਾਂ ਦੇ ਸੰਚਾਲਨ ਵਿੱਚ ਵੀ ਵਾਧਾ ਹੋਇਆ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਦੀ ਆਵਾਜਾਈ ਦੀ ਗੱਲ ਕਰੀਏ ਤਾਂ ਇੱਕ ਦਿਨ ਵਿੱਚ ਲਗਭਗ 72 ਉਡਾਣਾਂ ਲੈਂਡ ਹੁੰਦੀਆਂ ਨੇ ਅਤੇ ਉਡਾਣ ਭਰਦੀਆਂ ਨੇ। ਇੰਨਾ ਹੀ ਨਹੀਂ, 2 ਅੰਤਰਰਾਸ਼ਟਰੀ ਉਡਾਣਾਂ ਵੀ ਉਡਾਣ ਭਰ ਰਹੀਆਂ ਨੇ। 2021 ਵਿੱਚ ਯਾਤਰੀਆਂ ਦੀ ਘਾਟ ਕਾਰਨ 2 ਉਡਾਣਾਂ ਵੀ ਰੱਦ ਕੀਤੀਆਂ ਗਈਆਂ ਸਨ। ਭਾਰਤ ਨੇ ਚੀਨ ਵਿੱਚ ਮੈਡੀਕਲ ਪੜ੍ਹਾਈ ਕਰਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਉਹਨਾਂ ਘੱਟ ਪਾਸ ਫੀਸਦ ਦਰ, ਉੱਥੋਂ ਦੀ ਭਾਸ਼ਾ ਪੋਰਟੁਗਾ ਦਾ ਗਿਆਨ ਲਾਜ਼ਮੀ ਅਤੇ ਭਾਰਤ ਵਿੱਚ ਅਭਿਆਸ ਕਰਨ ਲਈ ਯੋਗ ਹੋਣ ਦੇ ਨਿਯਮਾਂ ਤੋਂ ਸਾਵਧਾਨ ਕੀਤਾ ਗਿਆ ਹੈ। ਇਹ ਐਡਵਾਈਜ਼ਰੀ ਇਸ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਕਰੋਨਾ ਕਾਰਨ ਪੇਈਚਿੰਗ ਵੱਲੋਂ ਵੀਜ਼ਿਆਂ ਤੇ ਰੋਕ ਲਗਾਉਣ ਕਾਰਨ ਚੀਨ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਹਜ਼ਾਰਾਂ ਬੱਚੇ ਇਸ ਸਮੇਂ ਆਪਣੇ ਘਰਾਂ ਵਿੱਚ ਫਸੇ ਹੋਏ ਨੇ। ਸਰਕਾਰੀ ਅਨੁਮਾਨ ਦੇ ਅਨੁਸਾਰ ਚੀਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਭਾਰਤ ਦੇ ਕਰੀਬ 23,000 ਵਿਦਿਆਰਥੀ ਸਿੱਖਿਆ ਲੈ ਰਹੇ ਨੇ। ਇਹਨਾਂ ਵਿੱਚੋਂ ਮੈਡੀਕਲ ਸਿੱਖਿਆ ਲੈਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਕੋਵਿਡ ਕਾਰਨ ਲਗਾਈਆਂ ਪਾਬੰਦੀਆਂ ਦੇ 2 ਸਾਲ ਬਾਅਦ ਹੁਣ ਚੀਨ ਨੇ ਕੁਝ ਚੁਣੇ ਹੋਏ ਵਿਦਿਆਰਥੀਆਂ ਨੂੰ ਵਾਪਸੀ ਲਈ ਵੀਜ਼ਾ ਦੇਣਾ ਸ਼ੁਰੂ ਕੀਤਾ ਹੈ। ਇਹਨਾਂ ਵਿੱਚੋਂ ਬਹੁਤੇ ਵਿਦਿਆਰਥੀਆਂ ਨੂੰ ਇਹ ਵੀ ਪਰੇਸ਼ਾਨੀ ਆ ਰਹੀ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਸਿੱਧੀਆਂ ਉਡਾਣਾਂ ਨਹੀਂ ਹਨ। ਇਸੇ ਦੌਰਾਨ ਚੀਨ ਦੇ ਮੈਡੀਕਲ ਕਾਲਜਾਂ ਨੇ ਭਾਰਤ ਸਣੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਦਾਖਲੇ ਸ਼ੁਰੂ ਕਰ ਦਿੱਤੇ ਨੇ। ਇਸੇ ਸੰਬੰਧ ਵਿੱਚ ਪੇਈਚਿੰਗ ਸਥਿਤ ਭਾਰਤੀ ਦੂਤਵਾਸ ਨੇ ਵੀਰਵਾਰ ਨੂੰ ਚੀਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਚੀਨ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਆਧਾਰ ਤੇ ਭਾਰਤ ਵਿੱਚ ਪ੍ਰੈਕਟਿਸ ਕਰਨ 'ਚ ਆ ਰਹੀਆਂ ਦਿੱਕਤਾਂ ਅਤੇ ਉਸ ਦੇ ਯੋਗ ਸੰਬੰਧੀ ਇਹ ਸਲਾਹ ਜਾਰੀ ਕੀਤੀ ਗਈ ਹੈ। ਇਸ ਵਿੱਚ ਅਹਿਮ ਗੱਲ ਹੈ ਕਿ ਸਾਲ 2015 ਤੋਂ 2021 ਤੱਕ ਭਾਰਤ ਵਿੱਚ ਪ੍ਰੈਕਟਿਸ ਕਰਨ ਲਈ ਕੇਵਲ 16% ਵਿਦਿਆਰਥੀ ਹੀ ਟੈਸਟ ਪਾਸ ਕਰ ਸਕੇ ਸਨ। ਭਾਰਤ ਦੀ ਸਭ ਤੋਂ ਨਵੀਂ 에ਅਰਲਾਈਨ ਆਕਾਸਾ 에ਅਰ ਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਨੇ। ਸ਼ਹਿਰ ਕੰਪਨੀ ਦੇ ਨੈਟਵਰਕ ਵਿੱਚ 5ਵੇਂ ਨੰਬਰ ਤੇ ਹੈ। ਆਕਾਸਾ 에ਅਰ ਦੀ ਚੇਨਈ ਤੋਂ ਬੈਂਗਲੁਰੂ ਤੱਕ ਆਪਣੀ ਪਹਿਲੀ ਵਪਾਰਕ ਉਡਾਣ ਹੋਏਗੀ ਅਤੇ 2 ਸ਼ਹਿਰਾਂ ਵਿਚਕਾਰ ਹਰ ਦਿਸ਼ਾ ਵਿੱਚ ਰੋਜ਼ਾਨਾ 2 ਉਡਾਣਾਂ ਦਾ ਸੰਚਾਲਨ ਕਰੇਗੀ। एयरलाइन 15 सितंबर 2022 ਤੋਂ ਬੰਬਈ ਚੇਨਈ रूट ਤੇ ਇੱਕ ਵਾਧੂ एयरलाइन शुरू करेगी।
ਚੇਨਈ ਵਿੱਚ ਆਪਣੇ ਸੰਚਾਲਨ ਦਾ ਵਿਸਤਾਰ ਕਰੇਗੀ। ਇਸ ਦੇ ਨਾਲ ਹੀ 에ਅਰਲਾਈਨ ਨੇ 26 ਸਤੰਬਰ 2022 ਨੂੰ ਚੇਨਈ ਬੈਂਗਲੁਰੂ ਰੂਟ ਅਤੇ ਚੇਨਈ ਕੋਚੀ ਰੂਟ ਤੇ ਇੱਕ ਵਾਧੂ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਤੇ ਅੱਜ ਦੇ ਦਿਨ ਹੀ 11 ਸਤੰਬਰ ਨੂੰ ਜਾਨਲੇਵਾ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ ਕਰੀਬ 3000 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਨਾਲ ਅਮਰੀਕਾ ਹੀ ਨਹੀਂ ਪੂਰੀ ਦੁਨੀਆ ਦਹਿਲ ਗਈ ਸੀ। ਅਮਰੀਕਾ ਤੇ ਹੋਏ ਇਸ ਹਮਲੇ ਦੇ 21 ਸਾਲ ਪੂਰੇ ਹੋ ਚੁੱਕੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਜਿਲ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ 9/11 ਦੇ ਹਮਲਿਆਂ ਦੇ ਪੀੜਤਾਂ ਦੇ ਸਨਮਾਨ ਅਤੇ ਯਾਦ ਕਰਨ ਲਈ ਦੇਸ਼ ਭਰ ਦੀ ਯਾਤਰਾ ਕਰਨਗੇ। ਅੱਤਵਾਦੀਆਂ ਵੱਲੋਂ ਕੀਤੇ ਗਏ ਇਨ੍ਹਾਂ 4 ਹਮਲਿਆਂ ਵਿੱਚ 2977 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ 19 ਹਾਈਜੈਕਰ ਅੱਤਵਾਦੀ ਵੀ ਸ਼ਾਮਲ ਨੇ। ਮਰਨ ਵਾਲਿਆਂ ਵਿੱਚ 4 ਜਹਾਜ਼ਾਂ ਵਿੱਚ ਸਵਾਰ 246 ਲੋਕ, ਵਰਲਡ ਟ੍ਰੇਡ ਸੈਂਟਰ ਦੇ ਅੰਦਰ ਅਤੇ ਆਲੇ ਦੁਆਲੇ 2606 ਅਤੇ ਪੈਂਟਾਗਨ ਵਿੱਚ 125 ਲੋਕ ਸ਼ਾਮਲ ਸਨ। ਮਾਰੇ ਗਏ ਜ਼ਿਆਦਾਤਰ ਨਾਗਰਿਕ ਸਨ। ਇਸ ਦੇ ਨਾਲ ਹੀ ਰਾਹਤ ਅਤੇ ਬਚਾਅ ਕਾਰਜਾਂ ਦੌਰਾਨ 344 ਬਚਾਅ ਕਰਮਚਾਰੀ, 71 ਪੁਲਿਸ ਕਰਮਚਾਰੀ ਅਤੇ 55 ਫੌਜੀ ਜਵਾਨ ਵੀ ਮਾਰੇ ਗਏ। ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਓਬਾਮਾ ਬਿਨ ਲਾਦੇਨ ਨੇ 19 ਅੱਤਵਾਦੀਆਂ ਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਅੱਤਵਾਦੀਆਂ ਨੇ ਅਮਰੀਕੀ ਜਹਾਜ਼ਾਂ ਨੂੰ ਹਾਈਜੈਕ ਕੀਤਾ ਤੇ ਫਿਰ ਵਰਲਡ ਟ੍ਰੇਡ ਸੈਂਟਰ ਤੇ ਕ੍ਰੈਸ਼ ਕਰ ਦਿੱਤਾ। ਦੋਵੇਂ ਇਮਾਰਤਾਂ ਵਿੱਚ 2 ਵੱਖ-ਵੱਖ ਜਹਾਜ਼ ਕ੍ਰੈਸ਼ ਹੋਣ ਕਾਰਨ ਹਜ਼ਾਰਾਂ ਲੋਕ ਮਾਰੇ ਗਏ। ਇਸ ਦੇ ਨਾਲ ਹੀ ਸੈਂਕੜੇ ਲੋਕ ਗੰਭੀਰ ਜ਼ਖਮੀ ਹੋ ਗਏ। ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ ਨੂੰ 21 ਸਾਲ ਪੂਰੇ ਹੋਏ ਨੇ। ਇਸ ਦਿਨ ਨੂੰ ਅਮਰੀਕਾ ਲਈ ਕਾਲਾ ਦਿਨ ਕਿਹਾ ਜਾ ਸਕਦਾ ਹੈ। ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ ਜੋ ਅਲ-ਕਾਇਦਾ ਦੁਆਰਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਬੈਠ ਕੇ ਓਸਾਮਾ ਬਿਨ ਲਾਦੇਨ ਨੇ ਇਸ ਦੀ ਰਚਨਾ ਕੀਤੀ ਸੀ। 11 ਸਤੰਬਰ 2001 ਦੀ ਸਵੇਰ ਨੂੰ ਅਲ-ਕਾਇਦਾ ਦੇ ਅੱਤਵਾਦੀਆਂ ਨੇ 4 ਜਹਾਜ਼ਾਂ ਨੂੰ ਹਾਈਜੈਕ ਕਰ ਲਿਆ। ਉਹਨਾਂ ਦਾ ਮਕਸਦ ਵੱਖ-ਵੱਖ ਇਤਿਹਾਸਕ ਸਥਾਨਾਂ ਤੇ ਜਹਾਜ਼ ਨੂੰ ਕ੍ਰੈਸ਼ ਕਰਨਾ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਮਹਾਰਾਣੀ ਐਲਿਜ਼ਾਬੈਥ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣਗੇ। ਓਹਾਈਓ ਵਿਖੇ ਇੱਕ ਕੰਪਿਊਟਰ ਚਿਪ ਫੈਕਟਰੀ 'ਚ ਪੁੱਜੇ ਬਾਈਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਾਰਾਣੀ ਐਲਿਜ਼ਾਬੈਥ ਨੂੰ ਮਹਾਨ ਔਰਤ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਅੰਤਮ ਸੰਸਕਾਰ ਵਿੱਚ ਜ਼ਰੂਰ ਸ਼ਾਮਲ ਹੋਣਗੇ। ਉਹਨਾਂ ਨੇ ਅੱਗੇ ਕਿਹਾ ਕਿ ਫਿਲਹਾਲ ਉਹ ਬਰਤਾਨੀਆ ਦੇ ਨਵੇਂ ਬਾਦਸ਼ਾਹ ਚਾਰਲਸ ਨੂੰ ਫੋਨ ਕਰਕੇ ਦੁੱਖ ਸਾਂਝਾ ਨਹੀਂ ਕਰ ਸਕੇ। ਇਸੇ ਦੌਰਾਨ ਵਾਈਟ ਹਾਊਸ ਦੇ ਅਧਿਕਾਰੀਆਂ ਵੱਲੋਂ ਬਾਈਡਨ ਦੀ ਯੂਕੇ ਫੇਰੀ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ। ਜੋ ਬਾਈਡਨ ਦੇ ਲੰਡਨ ਪਹੁੰਚਣ ਦੇ ਸਮੇਂ ਬਾਰੇ ਬਾਅਦ ਵਿੱਚ ਐਲਾਨ ਕੀਤਾ ਜਾਏਗਾ। ਉਹਨਾਂ ਨਾਲ ਇੱਕ ਅਧਿਕਾਰਤ ਵਫਦ ਵੀ ਜਾ ਰਿਹਾ ਹੈ। ਮੈਰੀਲੈਂਡ ਸੂਬੇ ਦੀ ਸੇਸਲ ਕਾਉਂਟੀ ਵਿਖੇ ਬੀਤੇ ਦਿਨ ਐਲਕ ਮਿਲਜ਼ ਮੈਰੀਲੈਂਡ ਵਿੱਚ ਇੱਕ ਘਰ ਵਿੱਚ ਇੱਕ ਪਰਿਵਾਰ ਦੇ 5 ਲੋਕ ਮ੍ਰਿਤਕ ਪਾਏ ਗਏ। ਯਾਨੀ ਇੱਕੋ ਘਰ ਦੇ ਵਿੱਚ ਇੱਕੋ ਹੀ ਪਰਿਵਾਰ ਦੇ 5 ਲੋਕ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਪੂਰੇ ਘਰ ਅਤੇ ਗੈਰੇਜ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਅਤੇ ਉਹਨਾਂ ਦੇ 3 ਬੱਚਿਆਂ ਨੂੰ ਘਾਤਕ ਗੋਲੀਆਂ ਦੇ ਜ਼ਖਮਾਂ ਨਾਲ ਮ੍ਰਿਤਕ ਪਾਇਆ। ਪੁਲਿਸ ਦੇ ਅਨੁਸਾਰ ਘਰ ਦੇ ਗੈਰਾਜ ਕੋਲ ਮਰੇ ਹੋਏ ਇੱਕ ਵਿਅਕਤੀ ਦੇ ਕੋਲ ਇੱਕ ਅਰਧ ਆਟੋਮੈਟਿਕ ਹੈਂਡਗਨ ਪਈ ਮਿਲੀ ਹੈ। ਮਾਰੇ ਗਏ ਲੋਕਾਂ ਦੀ ਪਛਾਣ ਮਾਰਕਸ ਐਡਵਰਡ ਮਿਲੀਗਨ, ਤਾਰਾ ਮਿਲੀਗਨ, ਤਰੇਸਾ ਮਿਲੀਗਨ, ਨੂਰਾ ਮਿਲੀਗਨ, ਫਿਨ ਮਿਲੀਗਨ ਵਜੋਂ ਹੋਈ ਹੈ। ਮਾਤਾ ਪਿਤਾ ਸਮੇਤ ਉਹਨਾਂ ਦੇ 3 ਬੱਚੇ ਇੱਕੋ ਹੀ ਪਰਿਵਾਰ ਦੇ 5 ਮੈਂਬਰ ਨੇ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 9:19 ਹੈਬਰਨ ਕੋਰਟ ਤੇ ਕਿਸੇ ਨੇ ਫੋਨ ਕਾਲ ਕਰਕੇ ਘਰ ਬੁਲਾਇਆ, ਜਿਸ ਵਿੱਚ ਕਿਹਾ ਗਿਆ ਸੀ ਕਿ 3 ਬੱਚਿਆਂ ਤੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਦੋਂ ਪੁਲਿਸ 10 ਮਿੰਟ ਬਾਅਦ ਉੱਥੇ ਪਹੁੰਚੀ ਤਾਂ ਉਹਨਾਂ ਨੂੰ ਘਰ ਵਿੱਚ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਉੱਥੇ ਘਰ ਜਿੱਥੇ ਘਟਨਾ ਵਾਪਰੀ ਹੈ ਇਹ ਹੈਬਰਨ ਕੋਰਟ ਦੇ ਅੰਤ ਵਿੱਚ ਸਥਿਤ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੈਸਲ ਕਾਉਂਟੀ ਸ਼ੈਰਿਫ ਨੇ ਇਸ ਦਾ ਅਜੇ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਪੀੜਤਾਂ ਵਿੱਚੋਂ ਕੋਈ ਇੱਕ ਕਾਤਲ ਹੈ, ਪਰ ਇਹ ਕਿਹਾ ਜਾ ਸਕਦਾ ਹੈ ਕਿ ਜਨਤਾ ਲਈ ਮੌਜੂਦਾ ਕੋਈ ਵੀ ਖਤਰਾ ਨਹੀਂ ਹੈ। ਪੁਲਿਸ ਵੱਲੋਂ ਮੌਤਾਂ ਬਾਰੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਲਈ ਯਤਨ ਵੀ ਕੀਤੇ ਜਾ ਰਹੇ ਨੇ। ਭਾਰਤੀ ਰੁਪਈਆ ਜੋ ਕੈਲੰਡਰ ਸਾਲ 2022 ਦੀ ਸ਼ੁਰੂਆਤ ਤੋਂ ਲਗਾਤਾਰ ਡਿੱਗ ਰਿਹਾ ਸੀ ਅਤੇ ਕਈ ਵਾਰ ਹੇਠਲੇ ਪੱਧਰ ਤੇ ਛੂ ਗਿਆ ਸੀ, ਦਾ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ਨੂੰ ਖਰਚ ਕਰਕੇ ਕਈ ਵਾਰ ਸਮਝਦਾਰੀ ਨਾਲ ਬਚਾਅ ਕੀਤਾ ਹੈ। HDFC ਸਿਕਿਉਰਿਟੀਜ਼ ਦੇ ਰਿਸਰਚ ਐਨਾਲਿਸਟ ਦਲੀਪ ਪਰਮਾਰ ਨੇ ਕਿਹਾ ਕਿ ਕੇਂਦਰੀ ਬੈਂਕ ਵੱਲੋਂ ਡਾਲਰ ਦੀ ਮੰਗ ਸਪਲਾਈ ਦੇ ਪਾੜੇ ਨੂੰ ਭਰਨ ਨਾਲ ਵਿਦੇਸ਼ੀ ਕਰੰਸੀ ਭੰਡਾਰ ਵਿੱਚ ਗਿਰਾਵਟ ਦੇ ਮੱਦੇਨਜ਼ਰ RBI ਨੇ ਪਿਛਲੇ ਕੁਝ ਸਾਲਾਂ 'ਚ ਇਨਫਲੋ ਅਤੇ ਆਊਟਫਲੋ ਬਹੁਤ ਵਧੀਆ ਢੰਗ ਨਾਲ ਮੈਨੇਜ ਕੀਤਾ ਹੈ। LKP ਸਿਕਿਉਰਿਟੀਜ਼ ਦੇ VP ਰਿਸਰਚ ਐਨਾਲਿਸਟ ਜਤਿਨ ਤ੍ਰਿਵੇਦੀ ਨੇ ਕਿਹਾ ਆਊਟਫਲੋ ਗਲੋਬਲ ਰਿਹਾ ਹੈ ਕਿਉਂਕਿ ਸਾਰੀਆਂ ਜ਼ੋਖਮ ਭਰੀਆਂ ਜਾਇਦਾਦਾਂ 'ਚ ਇਕੁਇਟੀ ਸਮੇਤ ਵਿਕਵਾਲੀ ਵੇਖੀ ਗਈ। ਧਾਤੂ ਖੇਤਰ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ ਕਿਉਂਕਿ ਅਮਰੀਕਾ 'ਚ ਮੰਦੀ ਦੇ ਸੰਕੇਤ ਦੇ ਨਾਲ
ਨਾਲ ਕਾਗਜ਼ ਤੇ ਮੰਦੀ ਨਾਲ ਅਮਰੀਕਾ 'ਚ ਬੈਕ ਟੂ ਬੈਕ ਕਮ GDP ਅੰਕੜਿਆਂ ਨੇ ਸਮੁੱਚੇ ਨਕਦੀ ਪ੍ਰਵਾਹ ਨੂੰ ਡਾਲਰ 'ਚ ਤਬਦੀਲ ਕਰ ਦਿੱਤਾ ਹੈ। ਮੰਦੀ ਦੇ ਸਮੇਂ 'ਚ ਉੱਚੇ ਮਹਿੰਗਾਈ ਦੇ ਅੰਕੜਿਆਂ ਨੂੰ ਹਰਾਉਣ ਲਈ ਡਾਲਰ ਸਭ ਤੋਂ ਵਧੀਆ ਦਾਅ ਹੈ। ਤ੍ਰਿਵੇਦੀ ਨੇ ਕਿਹਾ ਕਿ ਇਸ ਤੋਂ ਪਿਛਲੇ ਕੁਝ ਮਹੀਨਿਆਂ 'ਚ FPIFII ਵੱਲੋਂ ਆਊਟਫਲੋ ਹੋਇਆ, ਜਿਸ ਕਾਰਨ ਰੁਪਈਆ ਕਮਜ਼ੋਰ ਹੋਇਆ। ਪਰ ਚਾਲੂ ਵਿੱਤੀ ਸਾਲ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਬਹੁਤ ਘਟ ਰਹੀ ਹੈ, ਕਿਉਂਕਿ ਰੁਪਏ 'ਚ 5%, ਯੂਰੋ 'ਚ 10%, ਪੌਂਡ ਦੀ ਗਿਰਾਵਟ ਦੇਖੀ ਗਈ ਹੈ। ਅਮਰੀਕੀ ਡਾਲਰ ਅਤੇ ਜਾਪਾਨੀ ਯੇਨ 'ਚ 15% ਦਾ ਵਾਧਾ ਹੋਇਆ ਹੈ। ਪਿਛਲੇ ਕੁਝ ਮਹੀਨਿਆਂ 'ਚ ਰੁਪਏ 'ਚ ਕਈ ਮੌਕਿਆਂ ਤੇ ਗਿਰਾਵਟ ਦਰਜ ਕੀਤੀ ਗਈ। 29 ਅਗਸਤ ਨੂੰ ਅਮਰੀਕੀ ਕਰੰਸੀ ਅਤੇ ਕੱਚੇ ਤੇਲ ਦੀਆਂ ਮਜ਼ਬੂਤ ਕੀਮਤਾਂ ਕਾਰਨ ਡਾਲਰ ਦੇ ਮੁਕਾਬਲੇ 80.15 ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਸੀ। ਰੁਪਏ 'ਚ ਗਿਰਾਵਟ ਘਰੇਲੂ ਚਿੰਤਾਵਾਂ ਦੀ ਬਜਾਏ ਗਲੋਬਲ ਚਿੰਤਾਵਾਂ ਦਾ ਕਾਰਨ ਹੈ। ਵਿਸ਼ਵ ਪੱਧਰ ਤੇ ਮੰਦੀ ਦੀ ਚਿੰਤਾ ਸੀ। ਗਲੋਬਲ ਕੇਂਦਰੀ ਬੈਂਕ ਦੀਆਂ ਨੀਤੀਆਂ ਤੇ ਸੁਰੱਖਿਅਤ ਪਨਾਹਗਾਹਾਂ ਵੱਲ ਵਧਣ ਦੇ ਕਾਰਨ ਜ਼ਿਆਦਾਤਰ ਕਰੰਸੀਆਂ ਦੇ ਮੁਕਾਬਲੇ ਡਾਲਰ ਨੂੰ ਉੱਚਾ ਕਰ ਦਿੱਤਾ। ਅਮਰੀਕਾ ਨੂੰ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ CEO ਐਲਨ ਮਸਕ ਨੇ ਟਵਿੱਟਰ ਸੌਦਾ ਰੱਦ ਕਰਨ ਲਈ ਤੀਜੀ ਵਾਰ ਨੋਟਿਸ ਭੇਜਿਆ। ਐਲਨ ਮਸਕ ਨੇ ਮਈ ਵਿੱਚ ਟਵਿੱਟਰ ਖਰੀਦਣ ਲਈ $44 ਅਰਬ ਦਾ ਸੌਦਾ ਕੀਤਾ ਸੀ। US ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੇ ਗਏ ਤਾਜ਼ਾ ਨੋਟਿਸ ਵਿੱਚ ਮਸਕ ਦੀ ਕਾਨੂੰਨੀ ਟੀਮ ਨੇ ਸਾਬਕਾ ਸੁਰੱਖਿਆ ਮੁਖੀ ਤੇ ਵਿਸਲ ਬਲੋਅਰ ਪੀਟਰ ਮੁਡੇਗੇ-ਜ਼ੁਟੇਕੇ ਨੂੰ ਟਵਿੱਟਰ ਵੱਲੋਂ ਭੁਗਤਾਨ ਕਰਨ ਦਾ ਹਵਾਲਾ ਦਿੱਤਾ ਗਿਆ। ਨੋਟਿਸ ਮੁਤਾਬਕ 28 ਜੂਨ 2022 ਨੂੰ ਟਵਿੱਟਰ ਨੇ ਪੀਟਰ ਨਾਲ ਇੱਕ ਸਮਝੌਤਾ ਕੀਤਾ, ਜਿਸ ਦੇ ਤਹਿਤ ਟਵਿੱਟਰ ਨੇ ਜ਼ੁਟੇਕੇ ਤੇ ਉਹਨਾਂ ਦੇ ਵਕੀਲ ਨੂੰ ਕੁੱਲ $7.75 ਮਿਲੀਅਨ ਦਾ ਭੁਗਤਾਨ ਕੀਤਾ ਸੀ। ਮਸਕ ਦੇ ਵਕੀਲਾਂ ਨੇ ਇਸ ਸੌਦੇ ਨੂੰ ਖਤਮ ਕਰਨ ਦਾ ਇੱਕ ਹੋਰ ਕਾਰਨ ਦੱਸਿਆ। ਡੇਲਾਵੇਅਰ ਦੀ ਚਾਂਸਰੀ ਕੋਰਟ ਨੇ ਮਸਕ ਦੇ ਟਵਿੱਟਰ ਸੌਦੇ ਦਾ ਪ੍ਰੀਖਣ ਸ਼ੁਰੂ ਕਰਨ ਲਈ 17 ਅਕਤੂਬਰ ਦੀ ਤਰੀਕ ਨਿਰਧਾਰਿਤ ਕੀਤੀ ਹੈ। ਟੈਸਲਾ ਦੇ CEO ਨੇ ਜ਼ੁਟੇਕੇ ਦੀ ਗਵਾਹੀ ਦਾ ਹਵਾਲਾ ਦਿੰਦਿਆਂ ਅਦਾਲਤ ਨੂੰ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ। ਹਾਲਾਂਕਿ ਹਾਲੇ ਇਸ ਨੋਟਿਸ ਤੇ ਟਵਿੱਟਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਨਿਊਯਾਰਕ ਦੇ ਗਵਰਨਰ ਨੇ ਪੋਲੀਓ ਨੂੰ ਲੈ ਕੇ ਸਟੇਟ ਐਮਰਜੈਂਸੀ ਦਾ ਐਲਾਨ ਕੀਤਾ, ਕਿਉਂਕਿ ਸਬੂਤ ਸਾਹਮਣੇ ਆਉਂਦੇ ਨੇ ਕਿ ਵਾਇਰਸ ਪੂਰੇ ਰਾਜ ਵਿੱਚ ਫੈਲ ਚੁੱਕਾ ਹੈ ਔਰ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਊਯਾਰਕ ਸਿਟੀ ਅਤੇ ਨਾਲ ਲੱਗਦੀਆਂ 4 ਕਾਉਂਟੀਆਂ 'ਚ ਗੰਦੇ ਪਾਣੀ ਦੇ ਨਮੂਨਿਆਂ 'ਚ ਪੋਲੀਓ ਵਾਇਰਸ ਸਕਾਰਾਤਮਕ ਪਾਇਆ ਗਿਆ, ਜੋ ਕਿ ਅਧਰੰਗ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਹੁਣ ਤੱਕ ਇਸ ਕੇਸ ਦੀ ਪੁਸ਼ਟੀ ਹੋਈ ਹੈ। ਇਹ ਨੇੜਲੇ ਦਹਾਕੇ 'ਚ ਦੇਸ਼ 'ਚ ਪਹਿਲਾ ਕੇਸ ਹੈ। 1955 'ਚ ਸ਼ੁਰੂ ਹੋਏ ਟੀਕਾਕਰਨ ਨਾਲ ਪੋਲੀਓ ਨੂੰ ਅਮਰੀਕਾ 'ਚੋਂ ਕਾਫੀ ਹੱਦ ਤੱਕ ਸਮਾਪਤ ਕਰ ਦਿੱਤਾ ਗਿਆ ਸੀ ਅਤੇ 1979 'ਚ ਅਮਰੀਕਾ ਨੂੰ ਪੋਲੀਓ ਮੁਕਤ ਐਲਾਨ ਦਿੱਤਾ ਗਿਆ। ਪਰ ਨਿਊਯਾਰਕ ਦੇ ਅਧਿਕਾਰੀਆਂ ਅਨੁਸਾਰ ਰਾਜ ਦੇ ਕਈ ਹਿੱਸਿਆਂ 'ਚ ਟੀਕਾਕਰਨ ਦਰ ਬਹੁਤ ਘੱਟ ਹੈ। ਬੀਤੇ ਦਿਨ ਨੂੰ ਐਲਾਨੀ ਗਈ ਐਮਰਜੈਂਸੀ ਦਾ ਉਦੇਸ਼ ਰਾਜ ਵਿੱਚ ਟੀਕਾਕਰਨ ਦੀ ਦਰ ਵਧਾਉਣਾ ਹੈ। ਸਿਰੇ ਪੀਰੇ ਪੋਲੀਵਰ ਨੇ ਵੋਟਾਂ ਹਾਸਲ ਕਰਨ ਤੋਂ ਬਾਅਦ ਉਪ ਜੇਤੂ ਜ਼ੀਨ ਚਾਰਸੇਟ ਨੂੰ ਪਛਾੜ ਦਿੱਤਾ। ਸ੍ਰੀ ਪੋਲੀਵਰ ਪਿਛਲੇ 7 ਮਹੀਨਿਆਂ ਤੋਂ ਮੁਹਿੰਮ ਚਲਾ ਰਹੇ ਸਨ ਅਤੇ ਵੱਡੇ ਪੱਧਰ ਤੇ ਸਭ ਤੋਂ ਅੱਗੇ ਉਹਨਾਂ ਦਾ ਨਾਮ ਜਾਣਿਆ ਜਾਂਦਾ ਸੀ। ਪਾਰਟੀ ਦੇ ਵੋਟਰਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸਪਸ਼ਟ ਸਨ ਉਹ ਆਪਣਾ ਅਗਲਾ ਨੇਤਾ ਕਿਸ ਨੂੰ ਚਾਹੁੰਦੇ ਨੇ। ਮੇਲ ਇਨ ਬੈਲਟ ਚੋਣਾਂ ਦੇ ਨਤੀਜਿਆਂ ਦਾ ਐਲਾਨ ਸ਼ਨੀਵਾਰ ਰਾਤ ਨੂੰ ਡਾਊਨਟਾਊਨ ਓਟਾਵਾ ਵਿੱਚ ਇੱਕ ਸਮਾਗਮ 'ਚ ਕੀਤਾ ਗਿਆ। ਆਪਣੇ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਉਹਨਾਂ ਨੂੰ ਇੱਕ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜੋ ਉਹਨਾਂ ਨੂੰ ਉਮੀਦ ਪ੍ਰਦਾਨ ਕਰਦਾ ਹੈ ਉਹ ਇੱਕ ਕਾਰ ਖਰੀਦਣ, ਉਹਨਾਂ ਦੇ ਬਿੱਲ ਦਾ ਭੁਗਤਾਨ ਕਰਨ, ਭੋਜਨ ਦਾ ਖਰਚਾ, ਸੁਰੱਖਿਅਤ ਰਿਟਾਇਰਮੈਂਟ। ਜੇਕਰ ਉਹ ਸਖਤ ਮਿਹਨਤ ਕਰਦੇ ਨੇ ਤਾਂ ਇਹਨਾਂ ਸਭ ਦੀ ਪ੍ਰਾਪਤੀ ਹੋਏਗੀ। ਉਹਨਾਂ ਨੇ ਅਜਿਹੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਉਸ ਉਮੀਦ ਨੂੰ ਬਹਾਲ ਕਰੇ ਤੇ ਮੈਂ ਉਹ ਪ੍ਰਧਾਨ ਮੰਤਰੀ ਹੋਵਾਂਗਾ। ਇਸ ਤੋਂ ਪਹਿਲਾਂ ਪੋਲੀਵਰ ਨੂੰ ਪਾਰਟੀ ਦੇ ਸਾਬਕਾ ਨੇਤਾ ਸਟੀਫਨ ਹਾਰਪਰ ਦੁਆਰਾ ਖੁੱਲ੍ਹ ਕੇ ਸਮਰਥਨ ਦਿੱਤਾ ਗਿਆ ਸੀ। ਕੈਨੇਡਾ ਵਿੱਚ ਇੱਕ ਪਾਸੇ ਲੱਖਾਂ ਨੌਕਰੀਆਂ ਲਈ ਕਾਮੇ ਨਹੀਂ ਮਿਲ ਰਹੇ, ਜਦਕਿ ਦੂਜੇ ਪਾਸੇ ਰੁਜ਼ਗਾਰ ਖੇਤਰ ਪਿਛਲੇ 3 ਮਹੀਨੇ ਤੋਂ ਮਾੜੇ ਦੌਰ 'ਚੋਂ ਲੰਘ ਰਿਹਾ। ਬੇਰੁਜ਼ਗਾਰੀ ਦਰ ਵੱਧ ਕੇ 5.4% ਹੋ ਗਈ ਹੈ ਅਤੇ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ਦੌਰਾਨ ਮਜ਼ਬੂਤ ਨਜ਼ਰ ਆ ਰਿਹਾ ਔਰ ਅਰਥਚਾਰਾ ਹੁਣ ਥਿੜਕਣ ਲੱਗ ਪਿਆ। ਤਾਜ਼ਾ ਅੰਕੜਿਆਂ ਦੇ ਮੁਤਾਬਕ ਅਗਸਤ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ਵਿੱਚੋਂ 40,000 ਨੌਕਰੀਆਂ ਖਤਮ ਹੋਈਆਂ, ਜਦਕਿ ਪਿਛਲੇ 3 ਮਹੀਨੇ ਦੌਰਾਨ 1,14,000 ਨੌਕਰੀਆਂ ਖਤਮ ਹੋਈਆਂ। ਸਟੈਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਅਗਸਤ ਮਹੀਨੇ ਦੌਰਾਨ ਸਭ ਤੋਂ ਵੱਧ ਨੁਕਸਾਨ ਐਜੂਕੇਸ਼ਨ ਸੈਕਟਰ ਵਿੱਚ ਹੋਇਆ, ਜਿੱਥੇ ਰੁਜ਼ਗਾਰ ਦੇ 50,000 ਮੌਕੇ ਖਤਮ ਹੋ ਗਏ। ਇਸ ਦੇ ਉਲਟ ਪ੍ਰੋਫੈਸ਼ਨਲ, ਸਾਇੰਟਿਫਿਕ ਅਤੇ ਟੈਕਨੀਕਲ ਸਰਵਿਸਿਜ਼ ਵਾਲੇ ਖੇਤਰ 'ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕੀਤੇ ਜਾਣ ਦਾ ਅਸਰ ਅਰਥਚਾਰੇ ਤੇ ਨਜ਼ਰ ਆ ਰਿਹਾ ਅਤੇ ਭਵਿੱਖ ਵਿੱਚ ਮੁੜ ਵਿਆਜ ਦਰਾਂ ਵਧਣ ਦੇ ਹੋਰ ਮਾੜਾ ਅਸਰ ਬਰਦਾਸ਼ਤ ਕਰਨਾ ਪੈ ਸਕਦਾ ਹੈ। ਹੈਲਥ ਕੈਨੇਡਾ ਵੱਲੋਂ 6 ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਸਿਹਤ ਵਿਭਾਗ ਨੇ ਕਿਹਾ ਕਿ ਵੈਕਸੀਨ ਦੀ ਵਿਸਤਾਰਤ ਅਤੇ ਵਿਗਿਆਨਕ ਤਰੀਕੇ ਨਾਲ ਘੋਖ ਮਗਰੋਂ ਹਰੀ ਝੰਡੀ ਦਿੱਤੀ ਗਈ ਹੈ, ਜਿਸ ਨਾਲ ਬੱਚਿਆਂ ਵਾਸਤੇ ਸਿਹਤ ਖਤਰੇ ਪੈਦਾ ਨਹੀਂ ਹੁੰਦੇ। ਇਸ ਉਮਰ ਵਰਗ ਲਈ ਹੈਲਥ ਕੈਨੇਡਾ ਵੱਲੋਂ ਦੂਜੀ ਵੈਕਸੀਨ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਪਹਿਲਾਂ ਮਾਡਰਨਾ ਦੀ ਸਪਾਈਸਵੈਕਸ ਨੂੰ 6 ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆਂ ਲਈ ਪ੍ਰਵਾਨ ਕੀਤਾ ਗਿਆ ਸੀ। ਹੈਲਥ ਕੈਨੇਡਾ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 3 ਖੁਰਾਕਾਂ ਵਾਲੀ ਵੈਕਸੀਨ ਹੋਏਗੀ ਅਤੇ ਪਹਿਲੀ ਖੁਰਾਕ ਤੋਂ ਦੂਜੀ ਖੁਰਾਕ ਦਰਮਿਆਨ 3 ਹਫ਼ਤੇ ਦਾ ਵਕਫਾ ਰੱਖਿਆ ਜਾਏਗਾ, ਜਦਕਿ ਦੂਜੀ ਤੋਂ ਤੀਜੀ ਖੁਰਾਕ ਦਰਮਿਆਨ 8 ਹਫ਼ਤੇ ਦਾ ਵਕਫਾ ਰੱਖਣ ਦਾ ਫੈਸਲਾ ਕੀਤਾ ਗਿਆ। ਬਰਤਾਨੀਆ 'ਚ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਕੈਨੇਡਾ ਭਰ ਵਿੱਚ ਸਰਕਾਰੀ ਸੋਗ ਮਨਾਇਆ ਜਾ ਰਿਹਾ, ਕਿਉਂਕਿ ਉਹ ਕੈਨੇਡਾ ਦੀ ਵੀ ਰਾਣੀ ਸੀ। ਆਪਣੇ 70 ਸਾਲਾਂ ਦੇ ਕਾਰਜਕਾਲ ਦੌਰਾਨ ਮਹਾਰਾਣੀ ਐਲਿਜ਼ਾਬੈਥ ਨੇ ਕੈਨੇਡਾ ਦੇ 1 ਦਰਜਨ ਔਰ ਨਾਲ ਦੇ ਨਾਲ ਪ੍ਰਧਾਨ ਮੰਤਰੀਆਂ ਨੂੰ ਕੰਮ ਕੀਤਾ। ਦੇਸ਼ ਦੀ ਸੰਸਦ, ਵਿਧਾਨ ਸਭਾਵਾਂ ਸਮੇਤ ਸਰਕਾਰੀ ਅਦਾਰਿਆਂ ਤੇ ਨਗਰ ਪਾਲਿਕਾਵਾਂ ਦੇ ਸਰਕਾਰੀ ਝੰਡੇ ਝੁਕਾ ਦਿੱਤੇ ਗਏ। ਚਾਰਲਸ ਵੱਲੋਂ ਵਕਾਇਦਾ ਮਹਾਰਾਜਾ ਬਣਨ ਦੇ ਮੌਕੇ ਤੇ ਬੀਤੇ ਕੱਲ ਝੰਡੇ ਚਲਾਉਣ ਤੋਂ ਬਾਅਦ ਦੁਬਾਰਾ ਝੁਕਾ ਦਿੱਤੇ ਗਏ ਅਤੇ ਕੈਨੇਡਾ ਭਰ ਵਿੱਚ ਸਰਕਾਰੀ ਸੋਗ ਮਹਾਰਾਣੀ ਦੇ ਅੰਤਿਮ ਸੰਸਕਾਰ ਤੱਕ ਜਾਰੀ ਰਹੇਗਾ। ਇਸ ਦੌਰਾਨ ਰਾਜਧਾਨੀ ਓਟਾਵਾ ਵਿਖੇ ਰੀਡੋ ਹਾਲ ਅੰਦਰ ਬੀਤੇ ਕੱਲ ਇੱਕ ਵਿਸ਼ੇਸ਼ ਸਮਾਗਮ ਗਵਰਨਰ ਜਨਰਲ ਮੈਰੀ ਸਾਈਮਨ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਸ਼ਾਮਲ ਹੋਏ, ਜਿਸ ਦੌਰਾਨ ਮਹਾਰਾਜਾ ਚਾਰਲਸ ਫਿਲਿਪ ਆਰਥਰ ਜਾਰਜ ਵਿੰਸਟਰ ਨੂੰ ਰਸਮੀ ਤੌਰ ਤੇ ਮਾਨਤਾ ਦਿੱਤੀ ਗਈ। ਹੁਣ ਮਹਾਰਾਜਾ ਚਾਰਲਸ ਕੈਨੇਡਾ ਦੇ ਨਵੇਂ ਮੁਖੀ ਨੇ, ਜਿਨ੍ਹਾਂ ਦੇ ਨਾਂ ਤੇ ਦੇਸ਼ ਵਿੱਚ ਸਰਕਾਰ ਚੱਲਿਆ ਕਰੇਗੀ ਅਤੇ ਉਹਨਾਂ ਵੱਲੋਂ ਨਵੇਂ ਗਵਰਨਰ ਜਨਰਲ ਦੀ ਨਿਯੁਕਤੀਆਂ ਕੀਤੀਆਂ ਜਾਇਆ ਕਰਨਗੀਆਂ। ਸ੍ਰੀ ਟਰੂਡੋ ਨੇ ਮਹਾਰਾਣੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ ਅਤੇ ਸੋਗ ਵਜੋਂ ਕਾਲਾ ਸੂਟ ਪਹਿਨ ਕੇ ਆਪਣਾ ਬਿਆਨ ਜਾਰੀ ਕੀਤਾ। ਦੁਨੀਆ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ਨ ਨੇ ਅਮਰੀਕਾ ਤੇ ਬ੍ਰਿਟੇਨ ਦੇ ਪਲੇਟਫਾਰਮਸ ਤੋਂ ਕਾਰ ਸੀਟ ਬੈਲਟ ਅਲਾਰਮ ਸਟਾਪ ਉਤਪਾਦਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਅਜਿਹਾ ਹੀ ਫੈਸਲਾ ਲੈਣ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ। ਐਮਾਜ਼ਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਸਾਰੇ ਦੇਸ਼ਾਂ 'ਚ ਆਪਣੇ ਪਲੇਟਫਾਰਮ ਤੇ ਅਜਿਹੇ ਉਤਪਾਦਾਂ ਨੂੰ ਲੱਭ ਕੇ ਹਟਾਉਣ ਲਈ ਕੰਮ ਕਰ ਰਹੇ ਹਾਂ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਾਰੇ ਉਤਪਾਦਾਂ ਨੂੰ ਹਟਾਉਣ ਦੀ ਪ੍ਰਕਿਰਿਆ ਵਿੱਚ ਹਾਂ ਜੋ ਸੀਟ ਬੈਲਟ ਅਲਾਰਮ ਨੂੰ ਬੰਦ ਕਰਦੇ ਨੇ। ਦੱਸ ਦਈਏ ਕਿ ਸਾਇਰਸ ਮਿਸਤਰੀ ਹਾਦਸੇ ਦੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਹਾਦਸਾ ਜਾਨਲੇਵਾ ਇਸ ਲਈ ਹੋਇਆ ਕਿਉਂਕਿ ਯਾਤਰੀਆਂ ਨੇ ਸੀਟ ਬੈਲਟ ਨਹੀਂ ਪਾਈ ਸੀ। ਇਸ ਕਾਰਨ 에ਅਰ ਬੈਗ ਨੇ ਵੀ ਕੰਮ ਨਹੀਂ ਕੀਤਾ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਨਿਊਜ਼ ਏਜੰਸੀ ਰਾਈਟਰਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਮਾਜ਼ਨ ਤੇ ਅਜਿਹੇ ਮੈਟਲ ਕਲਿੱਪ ਉਪਲਬਧ ਨੇ ਜਿਨ੍ਹਾਂ ਦੀ ਮਦਦ ਨਾਲ ਕਾਰ ਸੀਟ ਬੈਲਟ ਅਲਾਰਮ ਨੂੰ ਆਸਾਨੀ ਨਾਲ ਬੰਦ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਐਮਾਜ਼ਨ ਨੂੰ ਨੋਟਿਸ ਭੇਜਿਆ ਗਿਆ। ਗਡਕਰੀ ਨੇ ਇਹ ਵੀ ਉਮੀਦ ਜਤਾਈ ਹੈ ਕਿ ਸੜਕ ਸੁਰੱਖਿਆ ਨਾਲ ਸੰਬੰਧਿਤ ਕਈ ਹੋਰ ਮਹੱਤਵਪੂਰਨ ਵਿਵਸਥਾਵਾਂ ਇਸ ਸਾਲ ਦੇ ਅੰਤ ਤੱਕ ਲਾਗੂ ਹੋ ਜਾਣਗੀਆਂ। ਪਿਛਲੀ ਸੀਟ ਬੈਲਟ ਦੇ ਬਾਰੇ ਵਿੱਚ ਗਡਕਰੀ ਨੇ ਕਿਹਾ ਕਿ ਸਰਕਾਰ ਪਿਛਲੀ ਸੀਟ ਬੈਲਟ ਲਈ ਵੀ ਅਲਾਰਮ ਨੂੰ ਲਾਜ਼ਮੀ ਬਣਾਉਣ ਦੀ ਪ੍ਰਕਿਰਿਆ 'ਚ ਹੈ। ਇਸ ਸੰਬੰਧੀ ਜਲਦੀ ਹੀ ਸਰਕਾਰੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ। ਇਸ ਤੋਂ ਬਾਅਦ ਇਹ ਫੀਚਰ ਦੇਸ਼ ਭਰ 'ਚ ਵਿਕਣ ਵਾਲੇ ਸਾਰੇ ਵਾਹਨਾਂ ਵਿੱਚ ਉਪਲਬਧ ਹੋਏਗਾ। ਏਅਰ ਇੰਡੀਆ ਗਰੁੱਪ ਨੇ ਇਸ ਮਹੀਨੇ ਤੋਂ ਆਪਣੇ ਉਹਨਾਂ ਦਫ਼ਤਰਾਂ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਸਰਕਾਰੀ ਇਮਾਰਤਾਂ 'ਚ ਚੱਲ ਰਹੇ ਨੇ। ਕੰਪਨੀ ਦੇ ਇਸ ਕਦਮ ਨੂੰ ਦੇਸ਼ ਭਰ ਵਿੱਚ ਫੈਲੇ ਆਪਣੇ ਦਫ਼ਤਰਾਂ ਨੂੰ ਇੱਕ ਜਗ੍ਹਾ ਲਿਆਉਣ ਦੇ ਤੌਰ ਤੇ ਦੇਖਿਆ ਜਾ ਰਿਹਾ। ਘਾਟੇ 'ਚ ਚੱਲ ਰਹੀ ਏਅਰ ਇੰਡੀਆ ਤੇ ਇਸ ਦੀ ਸਬਸਿਡੀਆਰੀ ਏਅਰ ਇੰਡੀਆ ਐਕਸਪ੍ਰੈਸ ਲਈ ਪਿਛਲੇ ਸਾਲ 8 ਅਕਤੂਬਰ ਨੂੰ ਕਾਮਯਾਬ ਬੋਲੀ ਲਗਾਉਣ ਤੋਂ ਬਾਅਦ ਇਸ ਸਾਲ 27 ਜਨਵਰੀ ਨੂੰ ਟਾਟਾ ਗਰੁੱਪ ਨੇ ਇਸ ਦਾ ਕੰਮਕਾਜ ਆਪਣੇ ਹੱਥਾਂ 'ਚ ਲੈ ਲਿਆ ਸੀ। ਇਹਨਾਂ ਦੋ ਏਅਰਲਾਈਨਸ ਤੋਂ ਇਲਾਵਾ ਟਾਟਾ ਗਰੁੱਪ ਕੋਲ ਵਿਸਤਾਰਾ 'ਚ 51% ਦੀ ਹਿੱਸੇਦਾਰੀ ਹੈ। ਸਿੰਗਾਪੁਰ ਏਅਰਲਾਈਨਸ ਨਾਲ ਸਾਂਝੇ ਉਦਮ ਦੇ ਤੌਰ ਤੇ ਚਲਾਈ ਜਾ ਰਹੀ ਬਜਟ ਏਅਰਲਾਈਨ ਏਅਰ ਏਸ਼ੀਆ ਇੰਡੀਆ 'ਚ 83.67% ਦੀ ਹਿੱਸੇਦਾਰੀ ਹੈ। ਇੱਕ ਬਿਆਨ ਦੇ ਮੁਤਾਬਕ ਏਅਰ ਇੰਡੀਆ, ਏਅਰ ਏਸ਼ੀਆ ਐਕਸਪ੍ਰੈਸ ਤੇ ਏਅਰ ਏਸ਼ੀਆ ਇੰਡੀਆ ਨੂੰ ਸਾਂਝੇ ਤੌਰ ਤੇ ਅਗਲੇ ਸਾਲ ਮਾਰਚ ਤੱਕ ਕੌਮੀ ਰਾਜਧਾਨੀ ਖੇਤਰ ਦੇ ਇੱਕ ਆਧੁਨਿਕ ਦਫ਼ਤਰ ਦੇ ਕੰਪਲੈਕਸ ਵਿੱਚ ਸ਼ਿਫਟ ਕੀਤਾ ਜਾਏਗਾ। ਆਪਸੀ ਸਹਿਯੋਗ ਤੇ ਤਾਲਮੇਲ ਵਿੱਚ ਸੁਧਾਰ ਅਤੇ ਨਵੀਂ ਤਕਨੀਕ ਦੀ ਜ਼ਿਆਦਾ ਆਸਾਨੀ ਨਾਲ ਬਹਾਲੀ ਲਈ ਅਜਿਹਾ ਕੀਤਾ ਜਾ ਰਿਹਾ। ਏਅਰ ਇੰਡੀਆ ਦੇ ਸਟਾਫ ਦੀ ਵੱਡੀ ਗਿਣਤੀ ਏਅਰਲਾਈਨਸ ਹਾਊਸ, ਸਫਦਰਜੰਗ ਕੰਪਲੈਕਸ, GST ਕੰਪਲੈਕਸ ਤੇ IGI ਟਰਮੀਨਲ 1 'ਚ ਹੈ। 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਜਾਰੀ ਸੰਘਰਸ਼ ਦਰਮਿਆਨ ਇੱਕ ਅਹਿਮ ਘਟਨਾ ਚੱਕਰ ਤਹਿਤ ਰੂਸ ਨੇ ਯੂਕਰੇਨ ਦੇ ਖਾਰਕਿਵ ਇਲਾਕੇ 'ਚੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਲਿਆ। ਇਸ ਖੇਤਰ ਵਿੱਚ ਯੂਕਰੇਨ ਦੀ ਫੌਜ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਯੂਕਰੇਨ ਦੀ ਇਸ ਬੜਤ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਰੂਸ ਦੇ ਇਸ ਕਦਮ ਤੋਂ ਸਾਫ਼ ਹੈ ਕਿ ਇੱਕ ਅਹਿਮ ਮੋਰਚੇ ਤੇ ਉਸ ਨੂੰ ਨੁਕਸਾਨ ਝੱਲਣਾ ਪਿਆ। ਇਸ ਮੋਰਚੇ ਤੇ ਹਜ਼ਾਰਾਂ ਰੂਸੀ ਫੌਜੀਆਂ ਦੇ ਘਿਰਨ ਦਾ ਖਦਸ਼ਾ ਪੈਦਾ ਹੋ ਗਿਆ। ਇਸ ਤੋਂ ਪਹਿਲਾਂ
दिन रूस ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਉਹ ਖਾਰਕੀਵ ਵਿੱਚ 2 ਥਾਵਾਂ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਰਿਹਾ। ਇਹਨਾਂ ਦੋਵਾਂ ਖੇਤਰਾਂ 'ਚ ਪਿਛਲੇ ਹਫ਼ਤੇ ਯੂਕਰੇਨ ਦੇ ਫੌਜੀਆਂ ਨੇ ਕਾਫੀ बढ़त हासिल कर ਲਈ ਹੈ। ਏਪੀ ਮੁਤਾਬਕ ਰੱਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਚੇਕੋਵ ਨੇ ਦੱਸਿਆ ਕਿ ਬਾਲਕਲੀਆ ਤੇ ਇਊਜ਼ਮ ਇਲਾਕਿਆਂ ਤੋਂ ਫੌਜੀਆਂ ਦੀ ਦੋਨੇਸਤਕ ਖੇਤਰ 'ਚ ਮੁੜ ਤੈਨਾਤੀ ਕੀਤੀ ਜਾਏਗੀ। ਉੱਤਰੀ ਮੈਕਸੀਕੋ ਵਿੱਚ ਇੱਕ ਤੇਲ ਟੈਂਕਰ ਅਤੇ ਇੱਕ ਯਾਤਰੀ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਤਾਮਾਉਲਿਪਾਸ ਰਾਜ ਦੇ ਵਕੀਲਾਂ ਨੇ ਦੱਸਿਆ ਕਿ ਟੱਕਰ ਵਿੱਚ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਗਏ ਔਰ ਮੈਕਸੀਕੋ ਸਿਟੀ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। ਤਾਮਾਉਲਿਪਾਸ ਰਾਜ ਦੇ ਵਕੀਲਾਂ ਨੇ ਦੱਸਿਆ ਕਿ ਟੱਕਰ ਵਿੱਚ ਦੋਵੇਂ ਵਾਹਨ ਪੂਰੀ ਤਰ੍ਹਾਂ ਜਿੱਥੇ ਸੜੇ ਨੇ ਉੱਥੇ ਪੁਲਿਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਬੱਸ ਸੜੇ ਹੋਏ ਧਾਤੂ ਦੇ ਢੇਰ ਵਾਂਗ ਨਜ਼ਰ ਆ ਰਹੀ ਹੈ। ਤਾਮਾਉਲਿਪਾਸ ਰਾਜ ਦੀ ਪੁਲਿਸ ਨੇ ਸ਼ੁਰੂ 'ਚ ਕਿਹਾ ਸੀ ਕਿ 9 ਲਾਸ਼ਾਂ ਦੇ ਅਵਸ਼ੇਸ਼ ਮਿਲ ਗਏ ਨੇ। ਉਹਨਾਂ ਨੇ ਬਾਅਦ ਵਿੱਚ ਕਿਹਾ ਕਿ 9 ਹੋਰ ਅਵਸ਼ੇਸ਼ ਮਿਲੇ ਨੇ ਜੋ ਕਿ ਹੁਣ ਤੱਕ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਨੇ। ਉਹਨਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਹ ਹਾਦਸਾ ਮੌਂਟੇਰੀ ਸ਼ਹਿਰ ਵੱਲ ਜਾਣ ਵਾਲੇ ਹਾਈਵੇ ਤੇ ਤੜਕੇ ਵਾਪਰਿਆ। ਤੇਲ ਭਰਨ ਵਾਲੇ ਟੈਂਕਰ ਦਾ ਡਰਾਈਵਰ ਠੀਕ ਮੰਨਿਆ ਜਾ ਰਿਹਾ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੱਸ ਹਿਡਾਲਗੋ ਤੋਂ ਮੌਂਟੇਰੀ ਸ਼ਹਿਰ ਜਾ ਰਹੀ ਸੀ। ਬ੍ਰਿਟੇਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੋਹੀਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੀਆਂ ਮੰਗਾਂ ਫਿਰ ਤੋਂ ਉੱਠ ਰਹੀਆਂ ਨੇ। ਮਹਾਰਾਣੀ ਦੇ ਬੇਟੇ ਪ੍ਰਿੰਸ ਚਾਰਲਸ ਦੇ ਰਾਜ ਗੱਦੀ ਸੰਭਾਲਣ ਦੇ ਨਾਲ ਹੀ 105 ਕੈਰਟ ਦਾ ਹੀਰਾ ਉਹਨਾਂ ਦੀ ਪਤਨੀ ਡਚੈਸ ਕਾਰਨੇਵਾਲ ਕੈਮਿਲਾ ਕੋਲ ਜਾਏਗਾ। ਕੋਹੀਨੂਰ ਇੱਕ ਵੱਡਾ ਬੇਰੰਗ ਹੀਰਾ ਹੈ ਜੋ 14ਵੀਂ ਸਦੀ ਦੀ ਸ਼ੁਰੂਆਤ ਵਿੱਚ ਦੱਖਣੀ ਭਾਰਤ 'ਚ ਮਿਲਿਆ ਸੀ। ਇਹ ਵਸਤੀਵਾਦੀ ਦੌਰ ਦੌਰਾਨ ਬ੍ਰਿਟੇਨ ਦੇ ਹੱਥ ਵਿੱਚ ਆ ਗਿਆ ਤੇ ਹੁਣ ਇਤਿਹਾਸਕ ਮਾਲਕੀ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਤੇ ਭਾਰਤ ਸਮੇਤ ਘੱਟ ਤੋਂ ਘੱਟ 4 ਦੇਸ਼ ਦਾਅਵਾ ਕਰਦੇ ਨੇ। ਮਹਾਰਾਣੀ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੋਹੀਨੂਰ ਨੂੰ ਵਾਪਸ ਲਿਆਉਣ ਦੀਆਂ ਮੰਗਾਂ ਵਿੱਚ ਕੁਝ ਟਵਿੱਟਰ ਖਪਤਕਾਰਾਂ ਨੇ ਗੰਭੀਰਤਾ ਨਾਲ ਗੱਲ ਰੱਖੀ ਹੈ ਤੇ ਕਿਸੇ ਨੇ ਮਜ਼ਾਕੀਆ ਅੰਦਾਜ਼ ਨਾਲ ਇਸ ਮੁੱਦੇ ਨੂੰ ਚੁੱਕਿਆ ਹੈ। ਭਾਰਤੀ ਪੁਰਾਤੱਤਵ ਸਰਵੇਖਣ ਦੇ ਕੁਝ ਸਾਲ ਪਹਿਲਾਂ ਇੱਕ RTI ਦੇ ਜਵਾਬ ਵਿੱਚ ਕਿਹਾ ਸੀ ਕਿ ਲਗਭਗ 170 ਸਾਲ ਪਹਿਲਾਂ ਲਾਹੌਰ ਦੇ ਮਹਾਰਾਜਾ ਨੇ ਇੰਗਲੈਂਡ ਦੀ ਮਹਾਰਾਣੀ ਅੱਗੇ ਝੁੱਕ ਕੇ ਕੋਹੀਨੂਰ ਹੀਰਾ ਉਹਨਾਂ ਨੂੰ ਸੌਂਪਿਆ ਸੀ ਅਤੇ ਅੰਗਰੇਜ਼ਾਂ ਨੂੰ ਨਹੀਂ ਸੀ ਸੌਂਪਿਆ ਗਿਆ। ਹਾਲਾਂਕਿ ਸੁਪਰੀਮ ਕੋਰਟ ਵਿੱਚ ਭਾਰਤ ਸਰਕਾਰ ਦਾ ਪੱਖ ਇਹ ਸੀ ਕਿ ਲਗਭਗ $20 ਕਰੋੜ ਦੀ ਕੀਮਤ ਵਾਲਾ ਇਹ ਹੀਰਾ ਨਾ ਤਾਂ ਚੋਰੀ ਕੀਤਾ ਗਿਆ, ਨਾ ਹੀ ਅੰਗਰੇਜ਼ ਹਾਕਮ ਇਸ ਨੂੰ ਜ਼ਬਰਦਸਤੀ ਲੈ ਕੇ ਗਏ, ਸਗੋਂ ਪੰਜਾਬ ਦੇ ਸਾਬਕਾ ਹਾਕਮਾਂ ਨੇ ਇਸ ਨੂੰ ਈਸਟ ਇੰਡੀਆ ਕੰਪਨੀ ਨੂੰ ਦੇ ਦਿੱਤਾ। ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਕਿਤਾਬ ਐਨ ਏਰਾ ਆਫ ਡਾਰਕਨੈਸ ਕਿਤਾਬ ਵਿੱਚ ਲਿਖਿਆ ਹੈ ਕਿ ਕੋਹੀਨੂਰ ਨੂੰ ਕਿਸੇ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਐਪਲ ਜਦੋਂ ਵੀ ਕੋਈ ਨਵਾਂ ਪ੍ਰੋਡਕਟ ਲਾਂਚ ਕਰਦਾ ਹੈ ਤਾਂ ਕੀਮਤ ਨੂੰ ਲੈ ਕੇ ਉਸ ਨੂੰ ਖੂਬ ਟਰੋਲ ਕੀਤਾ ਜਾਂਦਾ ਹੈ, ਪਰ ਜਦੋਂ ਪ੍ਰੋਡਕਟ ਦੀ ਮਹੱਤਤਾ ਲੋਕਾਂ ਨੂੰ ਪਤਾ ਚੱਲਦੀ ਹੈ ਤਾਂ ਉਦੋਂ ਲੋਕ ਤਾਰੀਫ ਵੀ ਕਰਦੇ ਨੇ। ਐਪਲ ਵਾਚ ਦੁਨੀਆ ਦੀ ਨੰਬਰ 1 ਸਮਾਰਟ ਵਾਚ ਹੈ। ਅਜੇ ਹਾਲ ਹੀ ਵਿੱਚ ਐਪਲ ਨੇ ਐਪਲ ਵਾਚ ਅਲਟਰਾ ਲਾਂਚ ਕੀਤਾ ਹੈ ਅਤੇ ਜੋ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਪਾਵਰਫੁਲ ਸਮਾਰਟ ਵਾਚ ਹੈ। ਐਪਲ ਦੀ ਵਾਚ ਦੀ ਪਾਵਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਐਪਲ ਵਾਚ ਕਿਸੇ ਦੀ ਜਾਨ ਵੀ ਬਚਾ ਸਕਦੀ ਹੈ। ਐਪਲ ਵਾਚ ਨੇ ਇਸ ਵਾਰ ਇੰਗਲੈਂਡ ਦੇ ਇੱਕ 54 ਸਾਲਾ ਵਿਅਕਤੀ ਦੀ ਜਾਨ ਬਚਾ ਦਿੱਤੀ। ਜੀ ਬਿਲਕੁਲ, ਇਹ ਕਹਾਣੀ ਹੈ ਨਾਰਵੇਰਚ ਦੇ ਰਹਿਣ ਵਾਲੇ 54 ਸਾਲਾ ਡੇਵਿਡ ਦੀ, ਜਿਨ੍ਹਾਂ ਨੂੰ ਉਹਨਾਂ ਦੀ ਪਤਨੀ ਨੇ ਇਸ ਸਾਲ ਅਪ੍ਰੈਲ 'ਚ ਜਨਮ ਦਿਨ ਦੇ ਮੌਕੇ ਤੇ ਐਪਲ ਵਾਚ ਗਿਫਟ ਕੀਤੀ ਅਤੇ ਇਸ ਵਾਚ ਨੇ ਡੇਵਿਡ ਨੂੰ ਹੁਣ ਨਵਾਂ ਜੀਵਨ ਦਿੱਤਾ। ਰਿਪੋਰਟ ਦੇ ਮੁਤਾਬਕ ਡੇਵਿਡ ਦੀ ਧੜਕਣ 48 ਘੰਟਿਆਂ 'ਚ 138 ਵਾਰ ਬੰਦ ਹੋ ਗਈ ਅਤੇ ਹਾਰਟ ਰੇਟ ਕਾਫੀ ਸਲੋ ਹੋ ਗਿਆ ਸੀ। ਐਪਲ ਵਾਚ ਨੇ ਡੇਵਿਡ ਨੂੰ ਦੱਸਿਆ ਕਿ ਉਹਨਾਂ ਦਾ ਹਾਰਟ ਰੇਟ ਕੇਵਲ 30 BMP ਹੈ, ਜਦਕਿ ਇਸ ਨੂੰ 60 BMP ਚਾਹੀਦਾ ਹੈ। ਵਿਚਕਾਰ ਵਾਚ ਵੱਲੋਂ ਲਗਾਤਾਰ ਮਿਲ ਰਹੇ ਅਲਰਟ ਤੋਂ ਬਾਅਦ ਡੇਵਿਡ ਨਾਰਵਿਚ ਯੂਨੀਵਰਸਿਟੀ ਹਸਪਤਾਲ 'ਚ ਇੱਕ ਦਿਲ ਦੇ ਰੋਗ ਦੇ ਮਾਹਿਰ ਨੂੰ ਮਿਲੇ, ਜਿੱਥੇ ਡੇਵਿਡ ਦੀ MRI ਅਤੇ ECG ਕੀਤੀ ਗਈ। ਜਾਂਚ ਵਿੱਚ ਇੱਕ ਦਿਨ ਬਾਅਦ ਡੇਵਿਡ ਨੂੰ ਹਸਪਤਾਲ ਬੁਲਾਇਆ ਗਿਆ ਤੇ ਦੱਸਿਆ ਕਿ ਉਹ 3rd ਡਿਗਰੀ ਹਾਰਟ ਬਲੌਕੇਜ ਤੋਂ ਗੁਜ਼ਰ ਰਹੇ ਨੇ ਅਤੇ ਕਿਸੇ ਵੀ ਸਮੇਂ ਉਹਨਾਂ ਨੂੰ ਹਾਰਟ ਅਟੈਕ ਆ ਸਕਦਾ ਹੈ। ਇਸ ਤੋਂ ਬਾਅਦ ਡੇਵਿਡ ਦੀ ਬਾਈਪਾਸ ਸਰਜਰੀ ਹੋਈ ਅਤੇ ਪੇਸਮੇਕਰ ਲਗਾਇਆ ਗਿਆ। ਸਰਜਰੀ ਤੋਂ ਬਾਅਦ ਡੇਵਿਡ ਨੇ ਕਿਹਾ ਕਿ ਮੇਰੀ ਪਤਨੀ ਕਹਿੰਦੀ ਹੈ ਕਿ ਉਸਨੇ ਮੇਰੀ ਜਾਨ ਬਚਾਈ ਹੈ ਅਤੇ ਉਹ ਗਲਤ ਨਹੀਂ ਹੈ। ਜੇਕਰ ਉਹ ਮੈਨੂੰ ਮੇਰੇ ਜਨਮ ਦਿਨ ਦੇ ਮੌਕੇ ਤੇ ਇਹ ਵਾਚ ਨਾ ਦਿੰਦੀ ਤਾਂ ਸ਼ਾਇਦ ਮੈਂ ਜ਼ਿੰਦਾ ਨਾ ਹੁੰਦਾ। ਚਾਰਜਿੰਗ ਸਮੇਂ ਨੂੰ ਛੱਡ ਕੇ ਇਹ ਵਾਚ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ। ਦੱਸ ਦਈਏ ਕਿ ਬ੍ਰਿਟੇਨ ਵਿੱਚ ਰੋਜ਼ਾਨਾ 12 ਲੋਕਾਂ ਨੂੰ ਮੌਤ ਹਾਰਟ ਅਟੈਕ ਨਾਲ ਹੁੰਦੀ ਹੈ ਅਤੇ ਇਹਨਾਂ ਲੋਕਾਂ ਦੀ ਔਸਤ ਉਮਰ 35 ਸਾਲ ਹੁੰਦੀ ਹੈ। ਲੰਪੀ ਵਾਇਰਸ ਨੇ ਭਾਰਤ ਦੇ ਵਿੱਚ 58,000 ਤੋਂ ਵੱਧ ਗਾਵਾਂ ਦੀ ਜਾਨ ਲੈ ਲਈ ਹੈ। ਰਾਜਧਾਨੀ ਦਿੱਲੀ ਵਿੱਚ ਵੀ ਇਸ ਵਾਇਰਸ ਨਾਲ ਸੰਕਰਮਣ ਦੇ 173 ਮਾਮਲੇ ਦਰਜ ਕੀਤੇ ਗਏ ਨੇ। ਹੁਣ ਤੱਕ 12 ਰਾਜਾਂ ਵਿੱਚ ਇਸ ਦੇ ਫੈਲਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਲ ਨੇ ਕਿਹਾ ਕਿ ਬਿਮਾਰੀ 16 ਰਾਜਾਂ ਵਿੱਚ ਦਸਤਕ ਦੇ ਰਹੀ ਹੈ।
ਰਾਜਸਥਾਨ ਲੰਪੀ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਦੱਸਿਆ ਜਾ ਰਿਹਾ ਕਿ ਇੱਥੇ ਪਸ਼ੂਆਂ ਦੀਆਂ ਲਾਸ਼ਾਂ ਨੂੰ ਦਫਨਾਉਣ ਦੀ ਥਾਂ ਵੀ ਘਟ ਗਈ ਹੈ। ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲ ਨੇ ਕਿਹਾ ਕਿ ਬਿਮਾਰੀ ਨਾਲ ਨਜਿੱਠਣ ਲਈ ਸਾਰੇ ਰਾਜਾਂ ਨਾਲ ਤਾਲਮੇਲ ਵਧਾਉਣ ਲਈ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸ਼ੁਰੂ ਕੀਤਾ ਗਿਆ। ਇਸ ਰਾਹੀਂ ਅਧਿਕਾਰੀ ਰਾਜ ਦੇ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰ ਰਹੇ ਨੇ। ਸਾਰੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ। ਕੇਂਦਰੀ ਮੰਤਰੀ ਨੇ ਕਿਹਾ ਕਿ ਵੈਕਸੀਨ ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਇਸ ਦੇ ਨਿਰਮਾਤਾ ਨਾਲ ਗੱਲਬਾਤ ਕੀਤੀ ਗਈ ਹੈ। ਰੁਪਾਲਾ ਨੇ ਕਿਹਾ ਕਿ ਉਹ ਰਾਜਸਥਾਨ ਦਾ ਹਾਲ ਜਾਣਨ ਲਈ ਵੀ ਉੱਥੇ ਗਏ ਸਨ ਅਤੇ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ। ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਦੁੱਧ ਦਾ ਸਭ ਤੋਂ ਵੱਧ ਭੰਡਾਰ ਗੁਜਰਾਤ ਤੋਂ ਆਉਂਦਾ ਹੈ। ਉੱਥੇ ਲੰਪੀ ਵਾਇਰਸ ਲਗਭਗ ਸ਼ਾਂਤ ਅਵਸਥਾ ਵਿੱਚ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਮੂਲ ਨਾਲ ਗੱਲ ਕੀਤੀ ਹੈ, ਜਿੱਥੋਂ ਜਵਾਬ ਮਿਲਿਆ ਹੈ ਕਿ ਉਹਨਾਂ ਦੇ ਦੁੱਧ ਦੇ ਭੰਡਾਰ ਤੇ ਕੋਈ ਸੰਕਟ ਨਹੀਂ ਹੈ। ਲੰਪੀ ਵਾਇਰਸ ਪਸ਼ੂਆਂ ਦੀ ਛੂਤ ਦੀ ਬਿਮਾਰੀ ਹੈ। ਇਸ ਨੂੰ ਕੈਪਰੀ ਪੌਕਸ ਵੀ ਵਾਇਰਸ ਕਿਹਾ ਜਾਂਦਾ ਹੈ। ਮੱਛਰ, ਮੱਖੀਆਂ, ਜੂਆਂ ਤੇ ਭਾਂਡੇ ਆਦਿ ਇਸ ਬਿਮਾਰੀ ਦੇ ਵਾਹਕ ਵਜੋਂ ਕੰਮ ਕਰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲੇ ਔਰ ਉਹਨਾਂ ਨੇ ਸੂਬੇ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ। ਮੁੱਖ ਮੰਤਰੀ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮਹਾਨ ਗੁਰੂਆਂ, ਸੰਤਾਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਪੰਜਾਬ ਆਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਰਾਸ਼ਟਰਪਤੀ ਮੁਰਮੂ ਨੂੰ ਦੱਸਿਆ ਕਿ ਪੰਜਾਬ ਸੱਭਿਅਤਾ ਦਾ ਪੰਗੂੜਾ ਹੋਣ ਦੇ ਨਾਲ-ਨਾਲ ਇਸ ਦੀ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸ ਦਾ ਅਹਿਸਾਸ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਪੰਜਾਬੀਆਂ ਦੀ ਨਿੱਘੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਨ ਦੇ ਨਾਲ-ਨਾਲ ਇਸ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨੂੰ ਦੇਖਣ ਲਈ ਲਾਜ਼ਮੀ ਤੌਰ ਤੇ ਸੂਬੇ ਦਾ ਦੌਰਾ ਕਰਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਆਉਣ ਦੇ ਦੇਸ਼ ਦੇ ਰਾਸ਼ਟਰਪਤੀ ਦਾ ਸਮੁੱਚੇ ਸੂਬਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਏਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਜਰਮਨੀ ਦੌਰਾ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਵੇਗਾ। ਉਹਨਾਂ ਨੇ ਕਿਹਾ ਕਿ ਬਰਲਿਨ, ਮਿਊਨਿਖ ਅਤੇ ਫਰੈਂਕਫਰਟ ਦੇ ਦੌਰ ਦੌਰਾਨ ਉਹ ਨਿਰਮਾਣ, ਸੈਰ ਸਪਾਟਾ, ਫਾਰਮਾਸਿਊਟੀਕਲ ਅਤੇ ਹੋਰ ਖੇਤਰ ਦੀਆਂ ਮੋਹਰੀ ਕੰਪਨੀਆਂ ਨਾਲ ਮੁਲਾਕਾਤ ਕਰਨਗੇ। ਆਪ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਵਿੱਚੋਂ ਕੁਝ ਭਰਤੀਆਂ ਤਾਂ ਸ਼ੁਰੂ ਹੋ ਚੁੱਕੀਆਂ ਨੇ। ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਜਲਦੀ ਹੀ 8 ਵਿਭਾਗਾਂ ਵਿੱਚ ਕਲਾਸ 2 ਅਤੇ ਕਲਾਸ 4 ਤੱਕ ਦੇ ਖਾਲੀ ਅਹੁਦਿਆਂ ਨੂੰ ਭਰਿਆ ਜਾਏਗਾ। ਇਸ ਲਈ ਸਰਕਾਰ ਨੇ ਉਕਤ ਵਿਭਾਗਾਂ ਨੂੰ ਕਿਸ-ਕਿਸ ਰੈਂਕ ਦੀਆਂ ਪੋਸਟਾਂ ਖਾਲੀ ਨੇ, ਇਸ ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਕਰਕੇ ਸਾਰੇ ਪਹਿਲੂਆਂ ਤੇ ਵਿਚਾਰ ਚਰਚਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਮਾਨ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰਕੇ CMO ਨੂੰ ਰਿਪੋਰਟ ਦੇਣ। ਸਰਕਾਰ ਨੇ ਰਿਪੋਰਟ ਸੌਂਪਣ ਲਈ 30 ਦਿਨ ਦਾ ਸਮਾਂ ਦਿੱਤਾ ਹੈ। ਇਸ ਵਿੱਚ ਦੱਸਣਾ ਹੋਏਗਾ ਕਿ ਕਿੰਨੇ ਅਹੁਦੇ ਕਲਾਸ 2 ਤੋਂ ਲੈ ਕੇ ਕਲਾਸ 4 ਤੱਕ ਦੇ ਮੁਲਾਜ਼ਮਾਂ ਦੇ ਖਾਲੀ ਨੇ। ਸਾਰੇ ਵਿਭਾਗਾਂ ਦੇ ਪ੍ਰਧਾਨਾਂ ਨੂੰ ਪੂਰਵਾਧ ਦੇਣਾ ਪਏਗਾ। ਪੰਜਾਬ ਸਰਕਾਰ ਨੇ ਸਿੱਖਿਆ, ਸਿਹਤ, ਰੈਵਨਿਊ, ਸੋਸ਼ਲ ਵੈਲਫੇਅਰ, ਪੰਜਾਬ ਪੁਲਿਸ, ਲੋਕਲ ਬਾਡੀ, ਪਬਲਿਕ ਹੈਲਥ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿੱਚ ਇਹ ਭਰਤੀ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਵਿਭਾਗਾਂ ਵਿੱਚ ਕਲਾਸ 2 ਤੋਂ ਲੈ ਕੇ ਕਲਾਸ 4 ਤੱਕ ਦੇ ਵੱਖ-ਵੱਖ ਅਹੁਦੇ ਖਾਲੀ ਪਏ ਨੇ। ਲੋਕਾਂ ਦੇ ਆਪਣੇ ਕੰਮ ਲਈ ਇੱਕ ਤੋਂ ਵੱਧ ਬਾਹਰ ਚੱਕਰ ਲਗਾਉਣੇ ਪੈਂਦੇ ਨੇ ਤੇ ਕੋਈ ਮੁਲਾਜ਼ਮ ਛੁੱਟੀ ਤੇ ਹੋਣ ਤੱਕ ਕਈ ਦਿਨ ਤੱਕ ਸੰਬੰਧਿਤ ਫਾਈਲ ਦਾ ਕੰਮ ਲਟਕਦਾ ਰਹਿੰਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।